हेलो स्टूडेंट्स, दिस इज अजीतपाल सिंह फ्रॉम अपोलो अकैडमी संगरूर। तो बेटा ਆਪਾਂ ਜਿਹੜਾ ਟੈਸਟ ਲਿਆ ਸੀਗਾ ਇਲੈਕਟ੍ਰਿਸਿਟੀ ਚੈਪਟਰ ਦਾ, ਉਹਦਾ ਮੈਂ ਤੁਹਾਨੂੰ ਸੋਲੂਸ਼ਨ ਪ੍ਰੋਵਾਈਡ ਕਰਨ ਜਾ ਰਿਹਾ। ਤੇ ਮੈਂ ਕਾਫੀ ਟੈਸਟ ਦੇਖੇ, ਕਾਫੀ ਬੱਚਿਆਂ ਦੇ ਠੀਕ ਸੀਗੇ। ਟੈਸਟ ਕਾਫੀ ਡਿਫਿਕਲਟ ਸੀਗਾ, ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੰਦਾ, ਤਾਂ ਕਰਕੇ ਡਿਸਹਾਰਟਨਡ ਨਾ ਹੋਇਓ। ਇਹ ਫਸਟ ਟੈਸਟ ਸੀਗਾ ਜਿਹੜਾ ਮੈਂ ਕਾਫੀ ਜ਼ਿਆਦਾ ਡਿਫਿਕਲਟ ਪਾਇਆ ਸੀ ਟੂ ਮੇਕ ਯੂ ਕਲੀਅਰ ਦਾ ਥਿੰਗਸ ਕਿ ਇਸ ਲੈਵਲ ਤੱਕ ਦਾ ਵੀ ਪੇਪਰ ਆ ਸਕਦਾ। ਠੀਕ ਹੈ, ਯੂਜਲੀ ਨਹੀਂ ਆਉਂਦਾ, ਬਟ ਇਸ ਲੈਵਲ ਤੱਕ ਦਾ ਵੀ ਪੇਪਰ ਆ ਸਕਦਾ। ਤਾਂ ਕਰਕੇ ਜਿਹੜੀ ਚੀਜ਼ ਇੱਥੇ ਕਰਵਾਈ ਜਾਂਦੀ ਆ ਬੇਟਾ ਜੀ ਤੁਹਾਨੂੰ, ਉਹ ਬਹੁਤ ਹੀ ਜ਼ਿਆਦਾ ਐਕਸਟੈਂਡਡ ਫਾਰਮ 'ਚ ਅਤੇ ਐਕਸਪਲੇਨਡ ਵੇ 'ਚ ਕਰਾਈ ਜਾਂਦੀ ਆ। ਧਿਆਨ ਨਾਲ ਸੁਣਿਆ ਕਰੋ ਪਲੀਜ਼। ਠੀਕ ਹੈ, ਤੁਸੀਂ ਟਾਈਮ ਘਰੇ ਵੇਸਟ ਕਰ ਰਹੇ ਹੋ, ਮੈਂ ਇੱਥੇ ਆ ਕੇ ਰੋਜ਼ ਟਾਈਮ ਵੇਸਟ ਕਰ ਰਿਹਾ ਹੈ ਨਾ। ਆਪਣਾ ਮੇਰਾ ਪੂਰਾ ਦਿਨ ਲੰਘ ਜਾਂਦਾ ਹੈਗਾ ਇਹ ਲੈਕਚਰ ਰਿਕਾਰਡ ਕਰਦੇ ਦਾ। ਸਾਰਾ ਦਿਨ 30 ਮਿੰਟ ਲਈ ਸਾਰਾ ਦਿਨ ਪ੍ਰਪੇਅਰ ਕਰਨਾ ਪੈਂਦਾ, ਕਿਉਂਕਿ ਤੁਸੀਂ ਮੇਰੇ ਕੋਲ ਨਹੀਂ ਹੈਗੇ। ਜੇ ਤੁਸੀਂ ਮੇਰੇ ਕੋਲ ਹੋਵੋ, ਮੈਂ ਤੁਹਾਡੇ ਡਾਊਟਸ ਨਾਲ ਦੀ ਨਾਲ ਕਲੀਅਰ ਕਰਦਾ। ਬਟ ਹੁਣ ਮੈਨੂੰ ਨਹੀਂ ਪਤਾ ਲੱਗਦਾ ਵੀ ਤੁਹਾਨੂੰ ਕੀ ਡਾਊਟਸ ਆ ਰਹੇ ਨੇ, ਨਾ ਹੀ ਤੁਸੀਂ ਮੈਨੂੰ ਕਦੇ ਪੁੱਛਿਆ। ਟੈਸਟ ਇਹ ਕਾਫੀ ਜ਼ਿਆਦਾ ਟਿਪੀਕਲ ਸੀਗਾ, ਬਟ ਇੰਨਾ ਵੀ ਟਿਪੀਕਲ ਨਹੀਂ ਸੀ ਵੀ ਕੋਈ ਇਹਦੇ ਵਿੱਚੋਂ 5 ਨੰਬਰ ਵੀ ਨਹੀਂ ਲੈ ਸਕਦਾ। ਠੀਕ ਹੈ, ਤਾਂ 5 ਨੰਬਰ ਤੁਸੀਂ ਬਹੁਤ ਆਰਾਮ ਨਾਲ ਲੈ ਸਕਦੇ ਸੀਗੇ 10 ਦੇ ਵਿੱਚੋਂ। ਪਰ ਮੈਂ ਕਾਫੀ ਟੈਸਟ ਦੇਖੇ, ਕਈ ਟੈਸਟ ਦੇਖੇ, ਬਹੁਤ ਹੀ ਬਲੰਡਰ ਮਿਸਟੇਕਸ ਕੀਤੀਆਂ ਹੋਈਆਂ ਨੇ, ਕਈਆਂ ਦੀਆਂ ਬਹੁਤ ਹੀ ਮਾਈਨਰ ਮਿਸਟੇਕਸ ਨੇਗੀਆਂ। ਪਰ ਇੱਕ ਨੂਮੈਰੀਕਲ ਜਿਹੜਾ ਸਾਰਿਆਂ ਦਾ ਹੀ ਲਗਭਗ ਗਲਤ ਹੈ। ਬੇਸਿਕਲੀ 2 ਨੂਮੈਰੀਕਲ ਗਲਤ ਨੇ। ਜਿਹੜੇ ਨੂਮੈਰੀਕਲ ਬੇਸਿਕਲੀ ਨੂਮੈਰੀਕਲ ਸੀ ਉਹ ਤਾਂ ਸਾਰਿਆਂ ਦੀ ਗਲਤ ਨੇ। ਉਦੋਂ ਬਾਅਦ ਕੀ ਸੀ ਬੇਟਾ, ਉਦੋਂ ਬਾਅਦ ਡੈਰੀਵੇਸ਼ਨ ਸੀ। ਮੈਨੂੰ ਐ ਨਹੀਂ ਸਮਝ ਆਉਂਦਾ ਪੁੱਤਰ ਜੀ, ਤੁਹਾਨੂੰ ਡੈਰੀਵੇਸ਼ਨ ਲਿਖਣੀ ਨਹੀਂ ਆਉਂਦੀ। 9th ਕਲਾਸ ਤੁਸੀਂ ਪਾਸ ਕਰਕੇ ਆਏ ਹੋ, ਤੁਸੀਂ ਉੱਥੇ ਕਦੇ ਡੈਰੀਵੇਸ਼ਨ ਨਹੀਂ ਟਰਾਈ ਕੀਤੀ ਹੈਗੀ। ਤੁਸੀਂ ਕਦੇ ਲੈਟ ਅਸ ਕੰਸੀਡਰ ਤੋਂ ਕੰਮ ਸ਼ੁਰੂ ਕੀਤਾ ਨਹੀਂ ਗਾ। ਉੱਥੇ ਨਹੀਂ ਵੀ ਕੀਤਾ ਤਾਂ ਵੀ ਅਲੱਗ ਗੱਲ ਆ। ਮੈਂ ਤੁਹਾਨੂੰ ਨੋਟਸ ਪ੍ਰੋਵਾਈਡ ਕੀਤੇ ਨੇ, ਤੁਸੀਂ ਨੋਟਸ ਦੇ ਵਿੱਚੋਂ ਡੈਰੀਵੇਸ਼ਨ ਦੇਖ ਲਓ। ਡੈਰੀਵੇਸ਼ਨ ਦੇਖੋ ਕਿਵੇਂ ਕੀਤੀ ਹੋਈ ਆ, ਪੈਰਲਲ ਦੀ ਕਿਵੇਂ ਸ਼ੁਰੂ ਕੀਤੀ ਹੋਈ ਆ, ਸੀਰੀਜ਼ ਦੀ ਕਿਵੇਂ ਸ਼ੁਰੂ ਕੀਤੀ ਹੋਈ ਆ। ਉਹ ਵੀ ਛੱਡੋ, ਮੈਂ ਤੁਹਾਨੂੰ ਇੱਥੇ ਲੈਕਚਰ ਦੇ ਵਿੱਚ ਵੀ ਡਰਾਈਵ ਕਰਕੇ ਦਿਖਾਇਆ ਸਾਰਾ ਕੁਛ। ਤੁਸੀਂ ਤਾਂ ਵੀ ਚੰਗੀ ਤਰ੍ਹਾਂ ਨਾਲ ਡੈਰੀਵੇਸ਼ਨ ਨਹੀਂ ਕਰਕੇ ਗਏ। ਪਤਾ ਨਹੀਂ ਤੁਹਾਨੂੰ ਡੈਰੀਵੇਸ਼ਨ ਤੋਂ ਪੁੱਤਰ ਜੀ ਇੰਨਾ ਡਰ ਕਿਉਂ ਲੱਗਦਾ। ਸਮਝਣ ਦੀ ਕੋਸ਼ਿਸ਼ ਕਰੋ ਨਾ ਉਸ ਚੀਜ਼ ਨੂੰ। ਰੱਟਾ ਮਾਰੋਗੇ ਡਰ ਲੱਗੂਗਾ। ਤੁਸੀਂ ਹੁਣ ਤੱਕ ਡੈਰੀਵੇਸ਼ਨਾਂ ਨੂੰ ਸਿਰਫ ਰੱਟਾ ਮਾਰਦੇ ਆਏ ਹੋ, ਤਾਂ ਹੀ ਤੁਹਾਨੂੰ ਫਿਜ਼ਿਕਸ ਔਖੀ ਲੱਗਦੀ ਆ। ਤਾਂ ਹੀ ਤੁਹਾਡਾ ਹੁਣ ਇਹ ਹਾਲ ਆ, ਥੋੜ੍ਹਾ ਜਿਹਾ ਖਰਾਬ ਹਾਲ ਹੈ। ਠੀਕ ਹੈ, ਤਾਂ ਹੁਣ ਜਿਹੜੀ ਮੈਂ ਤੁਹਾਨੂੰ 20 ਮਿੰਟਾਂ ਦੇ ਵਿੱਚ ਪੂਰਾ ਟੈਸਟ ਸੋਲਵ ਕਰਕੇ ਦਿਖਾਊਂਗਾ। ਤੁਸੀਂ ਐਂ ਨਾ ਕਿਉਂ ਮੈਂ ਸਾਰਾ, ਇਹ ਗੱਲ ਨਹੀਂ ਹੈਗੀ। ਤੁਸੀਂ ਵੀ ਕਰ ਸਕਦੇ ਸੀ 20 ਮਿੰਟਾਂ ਦੇ ਵਿੱਚ ਇਹ ਟੈਸਟ ਸੋਲਵ। ਕੋਈ ਐਡਾ ਟਿਪੀਕਲ ਟੈਸਟ ਤਾਂ ਹੈ ਹੀ ਨਹੀਂ ਸੀ। ਚਲੋ ਫਸਟ ਕੁਐਸਚਨ ਤੇ ਪਹੁੰਚਦੇ ਹਾਂ। ਕੈਲਕੂਲੇਟ ਇਕੁਇਵਲੈਂਟ ਰੈਜ਼ਿਸਟੈਂਸ ਆਫ ਅ ਸਰਕਟ ਇਨ ਵਿਚ 3 ਰਜਿਸਟਰਸ 4 Ω 40 Ω ਐਂਡ 80 Ω ਆਰ ਕਨੈਕਟਡ ਇਨ ਸੱਚ ਅ ਵੇ ਦੈਟ ਕਰੰਟ ਥਰੂ ਈਚ ਰਜਿਸਟਰ ਵੇਰੀਜ਼। ਹਾਂਜੀ, ਮੈਂ ਤੁਹਾਨੂੰ 2 ਚੀਜ਼ਾਂ ਬਾਰ-ਬਾਰ ਕਿਹਾ ਸੀ ਵੀ ਯਾਦ ਕਰਕੇ ਰੱਖਿਓ। ਕਰੰਟ ਥਰੂ ਈਚ ਰਜਿਸਟਰ ਵੇਰੀ ਕਿਹੜੇ ਸਰਕਿਟ 'ਚ ਕਰਦਾ? ਓਬਵੀਅਸਲੀ ਪੈਰਲਲ ਸਰਕਿਟ 'ਚ ਕਰਦਾ ਪੁੱਤ। ਤਾਂ ਇਹ ਤਿੰਨੇ ਕੀ ਦੇ ਵਿੱਚ ਸੀਗੇ? ਇਹ ਪੈਰਲਲ ਸਰਕਿਟ ਦੇ ਵਿੱਚ ਸੀ। ਇਕੁਇਵਲੈਂਟ ਰੈਜ਼ਿਸਟੈਂਸ ਕੱਢਣਾ ਸੀ। ਕੀ ਸੀ ਫਸਟ, ਕੀ ਸੀਗਾ ਸੈਕਿੰਡ, ਕੀ ਸੀ ਥਰਡ। ਆ ਉਹਦੀ ਡਾਇਗਰਾਮ ਬਣ ਜਾਣੀ ਸੀਗੀ। ਇੱਕ ਤੁਹਾਡੇ ਡਾਇਗਰਾਮ ਨਾ ਬਣਾਉਣ ਦੇ ਚੱਕਰ ਦੇ ਵਿੱਚ ਨਾ ਤੁਸੀਂ ਸਾਰਾ ਕੁਝ ਗਲਤ ਕਰ ਜਾਂਦੇ ਹੋ। ਠੀਕ ਹੈ, ਇੱਥੇ ਕੋਈ ਵੀ ਵੋਲਟੇਜ ਸੀ, ਸੈੱਲ ਸੀਗਾ, ਉਹ ਮੈਂ ਦਿੱਤਾ ਨਹੀਂ ਵੀ ਕਿੰਨਾ ਸੀ। ਫਸਟ ਕੀ ਸੀ 4 Ω ਸੀ ਬੇਟਾ ਜੀ, ਸੈਕਿੰਡ 40, ਥਰਡ 80। ਹੁਣ ਇਹ ਦੱਸੋ ਤੁਸੀਂ ਯਾਰ, ਇਹ ਨਹੀਂ ਕੱਢ ਸਕਦੇ? ਇਹਨੂੰ ਇਦੋਂ ਸਿੰਪਲ ਨੂਮੈਰੀਕਲ ਹੋ ਹੀ ਨਹੀਂ ਸਕਦਾ। ਤੁਸੀਂ ਸੋਚਦੇ ਹੋ ਵੀ ਤੁਹਾਨੂੰ ਸਾਰਾ ਕੁਝ ਪੱਕਿਆ ਪਕਾਇਆ ਮਿਲ ਜੂ। ਮੈਂ ਤੁਹਾਨੂੰ ਜਸਟ ਇੱਕ ਨੂਮੈਰੀਕਲ ਪਾ ਦੂੰ, ਫਾਈਂਡ ਆਊਟ ਦਾ ਇਕੁਇਵਲੈਂਟ ਰੈਜ਼ਿਸਟੈਂਸ ਆਫ ਦਾ ਸਰਕਿਟ ਇਨ ਵਿਚ ਦਾ ਰਜਿਸਟਰਸ ਆਰ ਇਨ ਪੈਰਲਲ। ਬੇਟਾ ਇੱਦਾਂ ਕਦੇ ਨਹੀਂ ਹੋਊਗਾ, ਇਹ ਚੀਜ਼ ਕਦੇ ਵੀ ਨਹੀਂ ਹੋਊਗੀ। ਇਦੋਂ ਸਿੰਪਲ ਨੂਮੈਰੀਕਲ ਨਹੀਂ। ਬਸ ਗੱਲ ਕੀ ਆ, ਤੁਹਾਨੂੰ ਚੀਜ਼ ਯਾਦ ਨਹੀਂ ਸੀ। ਤੁਹਾਨੂੰ ਚੀਜ਼ ਯਾਦ ਨਹੀਂ ਸੀ ਵੀ ਸੀਰੀਜ਼ ਦੇ ਵਿੱਚ ਕੀ ਹੁੰਦਾ, ਪੈਰਲਲ ਦੇ ਵਿੱਚ ਕੀ ਹੁੰਦਾ। ਇਸੇ ਰੀਜ਼ਨ ਕਰਕੇ ਤੁਸੀਂ ਡੈਰੀਵੇਸ਼ਨ ਨਹੀਂ ਡਰਾਈਵ ਕਰਕੇ ਗਏ। ਠੀਕ ਹੈ, ਸੇਮ ਰੀਜ਼ਨ ਨੇ ਜਿਨ੍ਹਾਂ ਕਰਕੇ ਨਾ ਤੁਸੀਂ ਨੂਮੈਰੀਕਲ ਸੋਲਵ ਆਊਟ ਕਰ ਸਕੇ, ਨਾ ਤੁਸੀਂ ਡੈਰੀਵੇਸ਼ਨ ਦੇ ਸਕੇ। ਸੇਮ ਰੀਜ਼ਨ ਆ ਦੋਨਾਂ ਦਾ। ਠੀਕ ਹੈ, ਹੁਣ ਤੁਸੀਂ ਆਪ ਸੋਚ ਲਓ ਵੀ ਤੁਸੀਂ ਕਿੰਨੀ ਕੁ ਸਿੰਸੀਅਰਲੀ ਕੰਮ ਕਰ ਰਹੇ ਹੋ, ਤੁਸੀਂ ਕਿੰਨੀ ਕੁ ਇਮਾਨਦਾਰੀ ਨਾਲ ਕੰਮ ਕਰ ਰਹੇ ਹੋ। ਠੀਕ ਹੈ ਬੇਟਾ, ਮੈਂ ਪੂਰੀ ਇਮਾਨਦਾਰੀ ਨਾਲ ਤੁਹਾਨੂੰ ਕੰਮ ਕਰਾ ਰਿਹਾ।
ਠੀਕ ਹੈ। ਮੈਂ ਨਾ ਕਰਾਉਂਦਾ ਹੁੰਦਾ ਮੈਂ ਆਰਾਮ ਨਾਲ ਕਰ ਸਕਦਾ ਸੀ, ਕੋਈ ਮੇਰੇ ਕੋਲ ਬਾਹਲੀ ਵੱਡੀ ਗੱਲ ਨਹੀਂ ਹੈਗੀ, ਮੈਂ ਤੁਹਾਨੂੰ ਕਈ ਚੀਜ਼ਾਂ ਸਕਿੱਪ ਕਰਵਾ ਸਕਦਾ ਸੀ। ਜਿਹੜੇ ਮੈਂ ਐਡੇ ਐਡੇ ਲੈਂਦੀ ਨੂਮੈਰੀਕਲ ਤੁਹਾਨੂੰ ਕਰਵਾਏ ਨੇ ਮੈਂ ਸਕਿੱਪ ਕਰਵਾ ਸਕਦਾ ਸੀ, ਪਰ ਮੈਂ ਨਹੀਂ ਕਰਵਾਏ ਕਿਉਂਕਿ ਮੈਂ ਧੋਖਾ ਨਹੀਂ ਦੇ ਸਕਦਾ ਕਿਸੇ ਨੂੰ, ਮੈਂ ਆਪਦੇ ਆਪ ਨੂੰ ਧੋਖਾ ਨਹੀਂ ਦੇ ਸਕਦਾ, ਮੈਂ ਤੁਹਾਨੂੰ ਧੋਖਾ ਨਹੀਂ ਦੇ ਸਕਦਾ। ਠੀਕ ਹੈ ਬੇਟਾ। ਪਰ ਤੁਸੀਂ ਕੀ ਕੀਤਾ, ਤੁਸੀਂ ਮੇਬੀ ਤੁਹਾਨੂੰ ਉਹ ਲੱਗਿਆ ਵੀ ਇਹ ਸ਼ਾਇਦ ਪੇਪਰ 'ਚ ਹੀ ਨਹੀਂ ਆਉਣਗੇ। ਬੇਟਾ ਪੇਪਰ 'ਚ ਆਉਣਾ ਪੇਪਰ 'ਚ ਨਾ ਆਉਣਾ ਇਹ ਡਿਫਰੈਂਟ ਇਸ਼ੂ ਆ। ਠੀਕ ਹੈ। ਪੇਪਰ ਦੇ ਵਿੱਚ ਸਾਰਾ ਕੁਝ ਹੀ ਆਉਂਦਾ ਹੁੰਦਾ ਅਤੇ ਪੇਪਰ ਕੋਈ ਐਂ ਨਹੀਂ ਬਣਾਉਂਦੇ ਹੈਗੇ ਉਹ ਵੀ ਤੁਹਾਨੂੰ ਪਾਸ ਕਰਨ ਲਈ ਬਣਾਉਣਗੇ। ਉਹਨਾਂ ਨੂੰ ਦੇਸ਼ ਦਾ ਫਿਊਚਰ ਚਾਹੀਦਾ ਹੈਗਾ, ਅਤੇ ਜੇ ਦੇਸ਼ ਦਾ ਫਿਊਚਰ ਇੰਨਾ ਨਲਾਇਕ ਹੋਊਗਾ ਤਾਂ ਅੱਜ ਜਿਹੜੇ ਹਾਲਾਤ ਇੰਡੀਆ 'ਚ ਚੱਲ ਰਹੇ ਨੇ, ਕੋਈ ਕਰੋਨਾ ਦੀ ਦਵਾਈ ਨਹੀਂ, ਕਈ ਇਹੋ ਜਿਹੀਆਂ ਬਿਮਾਰੀਆਂ ਹੋਰ ਹੋਣਗੀਆਂ ਜਿਨ੍ਹਾਂ ਦੀ ਕਦੇ ਦਵਾਈ ਬਣ ਹੀ ਨਹੀਂ ਸਕੂਗੀ। ਉਹ ਕਿਉਂ ਨਹੀਂ ਬਣ ਸਕਦੀ? ਕਿਉਂਕਿ ਬੇਟਾ ਇੰਡੀਆ ਦਾ ਫਿਊਚਰ ਤੁਹਾਡੇ ਵਰਗੇ ਸਟੂਡੈਂਟਾਂ ਦੇ ਹੱਥ 'ਚ ਆ ਜਿਹੜੇ ਸਿੰਸੀਅਰ ਨਹੀਂ ਹੈਗੇ। ਮੈਨੂੰ ਲੱਗਦਾ ਜੇ ਤੁਸੀਂ ਸਿੰਸੀਅਰ ਨਹੀਂ ਹੋਵੋਗੇ ਫਿਰ ਇੰਡੀਆ ਦਾ ਫਿਊਚਰ ਕਿੱਥੇ ਜਾਊਗਾ? ਆਪਾਂ ਹਮੇਸ਼ਾ ਕੋਸਦੇ ਰਹਿਣਾ ਇੰਡੀਆ ਨੂੰ, ਇੰਡੀਆ 'ਚ ਆਹ ਨਹੀਂ ਹੈਗਾ ਜੀ, ਇੰਡੀਆ 'ਚ ਉਹ ਨਹੀਂ ਹੈਗਾ ਜੀ, ਫਲਾਣੇ ਬਾਹਰਲੇ ਦੇਸ਼ਾਂ 'ਚ ਇੰਨੇ ਵਧੀਆ ਉਹ ਨੇ। ਬੇਟਾ ਬਾਹਰਲੇ ਦੇਸ਼ਾਂ ਦੇ ਸਟੂਡੈਂਟਸ ਵੀ ਦੇਖੋ ਕਿੰਨੇ ਜ਼ਿਆਦਾ ਸਿੰਸੀਅਰ ਨੇ। ਇੱਕ ਤੁਸੀਂ ਆਪਦੀ ਸਿੰਸੀਅਰਟੀ ਦਾ ਲੈਵਲ ਦੇਖ ਲਓ, ਤੁਹਾਡਾ ਸਿੰਸੀਅਰਟੀ ਦਾ ਲੈਵਲ ਕੀ ਆ, ਤੁਸੀਂ ਕਿੰਨੇ ਕੁ ਸਿੰਸੀਅਰ ਹੋ ਤੁਹਾਨੂੰ ਆਪ ਪਤਾ। ਡੀਪ ਡਾਊਨ ਯੂ ਨੋ ਕਿ ਤੁਸੀਂ ਕਿੰਨੇ ਸਿੰਸੀਅਰ ਹੋ। ਬਾਕੀ ਉਹ ਤੁਹਾਡੀ ਸਿੰਸੈਰਿਟੀ ਆ ਟੈਸਟ ਦੇ ਨੰਬਰ ਤੁਹਾਨੂੰ ਆਪ ਹੀ ਜਸਟੀਫਾਈ ਕਰ ਦੇਣਗੇ। ਸਾਰਾ ਟੈਸਟ ਤੁਸੀਂ ਖੁਦ ਚੈੱਕ ਕਰਕੇ ਮੈਨੂੰ ਆਪਦੇ ਨੰਬਰ ਭੇਜਣੇ ਨੇ। ਠੀਕ ਹੈ। ਉੱਥੇ ਤੁਹਾਡੀ ਇਮਾਨਦਾਰੀ ਵੀ ਚੈੱਕ ਹੋ ਜੂਗੀ। ਮੈਨੂੰ ਨਹੀਂ ਪਤਾ ਤੁਹਾਡੇ ਕਿੰਨੇ ਨੰਬਰ ਆਏ ਹੋਣਗੇ। ਠੀਕ ਹੈ। ਮੈਨੂੰ ਵੀ ਪਤਾ ਐਕਚੁਅਲ 'ਚ ਤੁਹਾਡੇ ਕਿੰਨੇ ਨੰਬਰ ਆਏ ਹੋਣਗੇ ਕਿਉਂਕਿ ਮੈਂ ਤਾਂ ਚੈੱਕ ਕਰ ਚੁੱਕਿਆ। ਪਰ ਮੈਂ ਅੱਜ ਤੁਹਾਡੀ ਇਮਾਨਦਾਰੀ ਚੈੱਕ ਕਰਨੀ ਆ ਵੀ ਤੁਸੀਂ ਕਿੰਨੀ ਕੁ ਇਮਾਨਦਾਰੀ ਨਾਲ ਆਪਦੀ ਚੀਜ਼ ਨੂੰ, ਆਪਦੀ ਗਲਤੀ ਨੂੰ, ਆਪਦੀ ਜਿਹੜੀ ਕਮਜ਼ੋਰੀ ਆ, ਆਪਦੀ ਵੀਕਨੈਸਿਸ ਨੂੰ, ਆਪਦੇ ਡਰਾਬੈਕਸ ਨੂੰ ਮੰਨਦੇ ਹੋ ਅਤੇ ਫੀਲ ਕਰਦੇ ਹੋ ਵੀ ਵੀ ਸ਼ੁੱਡ ਓਵਰਕਮ ਇਟ। ਜੇ ਤੁਸੀਂ ਆਪਦੀ ਗਲਤੀ ਜਾਂ ਆਪਦਾ ਡਰਾਬੈਕ ਪੁੱਤ ਨਹੀਂ ਮੰਨਦੇ ਨਾ ਅਤੇ ਉਹਨੂੰ ਨਾ ਓਵਰਕਮ ਕਰਨ ਦੀ ਤੁਹਾਨੇ ਸਹੁੰ ਖਾ ਰੱਖਿਆ ਜਾਂ ਫਿਰ ਤੁਸੀਂ ਇਗਨੋਰ ਕਰ ਰਹੇ ਹੋ ਆਪਦੀ ਓਵਰਕਮ ਡਰਾਬੈਕਸ ਨੂੰ, ਤਾਂ ਆਈ ਐਮ ਸੋਰੀ ਟੂ ਸੇ ਦੈਟ ਤੁਸੀਂ ਜ਼ਿੰਦਗੀ ਦੇ ਵਿੱਚ ਕੋਈ ਰਿਮਾਰਕੇਬਲ ਚੀਜ਼ ਅਚੀਵ ਨਹੀਂ ਕਰ ਸਕਦੇ। ਤੁਹਾਡੇ ਬੜੇ ਬੜੇ ਸੁਪਨੇ ਹੋਣਗੇ, ਮੁੰਡਿਆਂ ਦੇ ਮੋਸਟਲੀ ਸੁਪਨੇ ਹੁੰਦੇ ਨੇ ਆਈ ਵਾਂਟ ਟੂ ਬੀ ਇੰਸਪੈਕਟਰ ਲੱਗਣਾ ਜੀ ਮੈਂ, ਹੈ ਨਾ, ਅਤੇ ਕੁੜੀਆਂ ਦੇ ਸੁਪਨੇ ਕਈਆਂ ਡਾਕਟਰ ਲੱਗਣਾ, ਟੀਚਰ ਲੱਗਣਾ। ਬੇਟਾ ਇੰਨਾ ਸੌਖਾ ਨਹੀਂ ਹੁੰਦਾ, ਡੈਡੀਕੇਸ਼ਨ ਚਾਹੀਦੀ ਉਹਦੇ ਵਾਸਤੇ। ਠੀਕ ਹੈ। ਇੰਸਪੈਕਟਰ ਦੇ ਪੇਪਰ ਦੇ ਵਿੱਚ ਆਹ ਸਾਰੀਆਂ ਚੀਜ਼ਾਂ ਸਿੱਧੀਆਂ ਸਿੱਧੀਆਂ ਪਈਆਂ ਹੁੰਦੀਆਂ ਨੇ। ਉੱਥੇ ਬੰਦਾ ਬੈਠਾ ਹੀ ਦੇਖਦਾ ਹੁੰਦਾ ਵੀ ਕਾਸ਼ ਮੈਂ 10th ਕਲਾਸ 'ਚ ਪੜ੍ਹ ਲਿਆ ਹੁੰਦਾ, ਕਾਸ਼ ਮੈਂ 9th ਕਲਾਸ 'ਚ ਥੋੜ੍ਹਾ ਜਿਹਾ ਧਿਆਨ ਦੇ ਲਿਆ ਹੁੰਦਾ। ਠੀਕ ਹੈ। ਤੁਹਾਡਾ ਕਈਆਂ ਦਾ ਸੁਪਨਾ ਮੈਂ ਬਾਹਰ ਜਾਣਾਗਾ। ਬਾਹਰ ਜਾ ਕੇ ਕੀ ਕਰੋਗੇ ਤੁਸੀਂ? ਬਾਹਰ ਜਾ ਕੇ ਵੀ ਕੋਈ ਟੈਕਨੀਕਲ ਲਾਈਨ ਹੀ ਸੋਚੋਗੇ ਕਿਉਂਕਿ ਹੋਰ ਲਾਈਨਸ ਤਾਂ ਬਾਹਰ ਚੱਲਦੀਆਂ ਨਹੀਂ ਹੈਗੀਆਂ। ਟੈਕਨੀਕਲ ਲਾਈਨਸ ਕੀ ਨੇ? ਸਾਇੰਸ ਜ਼ਿਆਦਾ ਤੋਂ ਜ਼ਿਆਦਾ। ਉਹ ਸਾਇੰਸ ਦੇ ਵਿੱਚ ਕੀ ਆ? ਇਹੀ ਚੀਜ਼ਾਂ ਫੇਰ ਆ ਜਾਣਗੀਆਂ, ਇਹ ਚੀਜ਼ਾਂ ਦੁਬਾਰੇ ਆ ਜਾਣਗੀਆਂ, ਫਿਰ ਉੱਥੇ ਫਸ ਜਾਓਗੇ। ਫਿਰ ਉੱਥੇ ਸੋਚੋਗੇ ਕਾਸ਼ ਮੈਂ ਉਹ ਟਾਈਮ ਚੰਗੀ ਤਰ੍ਹਾਂ ਪੜ੍ਹ ਲਿਆ ਹੁੰਦਾ, ਕਾਸ਼ ਇਹ ਚੀਜ਼ ਐਂ ਹੋਈ ਹੁੰਦੀ, ਕਾਸ਼ ਇਹ ਚੀਜ਼। ਮੈਂ ਤੁਹਾਨੂੰ ਫਿਊਚਰ ਦਿਖਾ ਰਿਹਾ। ਠੀਕ ਹੈ। ਉਹ ਫਿਰ ਕਾਸ਼ 'ਚ ਹੋ ਜਾਂਦਾ ਸਾਰਾ ਫਿਊਚਰ। ਹੁਣ ਤੁਹਾਡੇ ਕੋਲ ਟਾਈਮ ਆ, ਫਿਰ ਤੁਹਾਡੇ ਕੋਲ ਟਾਈਮ ਨਹੀਂ ਹੋਣਾ। ਫਿਰ ਤੁਹਾਡੇ ਕੋਲ ਉਹ ਵੀ ਕਾਸ਼ ਉਹ ਬੰਦਾ ਦੁਬਾਰੇ ਸਾਨੂੰ ਆ ਕੇ ਪੜ੍ਹਾ ਜੇ, ਕਾਸ਼ ਮੇਰੇ ਕੋਲ 10ਵੀਂ ਦੁਬਾਰੇ ਆ ਜੇ। ਪਰ ਬੇਟਾ ਉਹ ਨਹੀਂ ਆਊਗੀ ਕਿਉਂਕਿ ਇੱਕ ਵਾਰ ਟਾਈਮ ਲੰਘਿਆ, ਪੁਲਾਂ ਹੇਠੋਂ ਦੀ ਪਾਣੀ ਲੰਘੇ ਦੇ ਬਰਾਬਰ ਆ, ਉਹ ਵਾਪਸ ਕਦੇ ਨਹੀਂ ਆਉਂਦਾ। ਪੁਲਾਂ ਹੇਠਲਾ ਪਾਣੀ ਭਾਵੇਂ ਵਾਪਸ ਆ ਜੇ ਪਰ ਟਾਈਮ ਬੇਟਾ ਕਦੇ ਨਹੀਂ ਵਾਪਸ ਆਉਂਦਾ। ਟਾਈਮ ਇੱਕ ਇਹੋ ਜਿਹੀ ਚੀਜ਼ ਆ। ਤੁਸੀਂ ਕੀ ਕੀਤਾ? ਤੁਹਾਨੂੰ ਲੱਗਿਆ ਵੀ ਠੀਕ ਆ ਮੈਂ ਲੈਕਚਰ ਦੇ ਤਾ, ਸਰ ਨੇ ਲੈਕਚਰ ਦੇ ਤਾ, ਟੈਸਟ ਅਸੀਂ ਕਰ ਲਾਂਗੇ, ਹੈ ਨਾ। ਤੁਸੀਂ ਉਨੀ ਸਿੰਸੀਅਰਟੀ ਨਾਲ ਨਾ ਤਾਂ ਲੈਕਚਰ ਦੇਖੇ ਬੇਟਾ, ਨਾ ਤੁਸੀਂ ਪਰਫੋਰਮ ਕੀਤਾ। ਤੁਸੀਂ ਜਾਣਦੇ ਹੋ ਕਿੰਨਿਆਂ ਨੇ ਨੋਟਸ ਬਣਾਏ ਨੇ, ਤੁਸੀਂ ਜਾਣਦੇ ਹੋ ਕਿੰਨੇ ਬੱਚੇ ਮੇਰਾ ਲੈਕਚਰ ਸੁਣ ਕੇ ਨੋਟਸ ਬਣਾਉਂਦੇ ਨੇ। ਜਿਹਨੇ ਬਣਾਏ ਨੇ ਨੋਟਸ ਉਹਦੇ ਓਬਵੀਅਸਲੀ, ਹੋਰ ਮੈਂ ਤੁਹਾਨੂੰ ਦੱਸ ਦਿੰਦਾ 7 ਨੰਬਰ ਤਾਂ ਆਉਣਗੇ ਹੀ ਆਉਣਗੇ ਜਿਹਨੇ ਨੋਟਸ ਬਣਾਏ ਨੇ, ਆਪਦੇ ਹੱਥੀਂ ਬਣਾਏ ਨੇ। ਜਿਹਨੇ ਆਪਦੇ ਹੱਥੀਂ ਨੋਟਸ ਨਹੀਂ ਬਣਾਏ, ਸਿਰਫ ਮੇਰੇ ਨੋਟਸ ਵੀ ਪੜ੍ਹੇ ਨੇ, ਉਹਦੇ ਵੀ 6 ਨੰਬਰ ਤੋਂ ਨੰਬਰ ਘੱਟ ਦੇਣਗੇ। ਠੀਕ ਹੈ। ਜਿਹਦੇ 6 ਨੰਬਰ ਤੋਂ ਨੰਬਰ ਘੱਟ ਨੇ ਨਾ, ਉਹ ਆਪ ਹੀ ਸੋਚ ਲਓ ਵੀ ਉਹ ਕਿੰਨਾ ਕੁ ਇਮਾਨਦਾਰ ਆਪਦੇ ਪ੍ਰਤੀ, ਆਪਦੇ ਘਰਦਿਆਂ ਪ੍ਰਤੀ, ਮੇਰੇ ਪ੍ਰਤੀ, ਕਿੰਨੇ ਕੁ ਓਨੈਸਟ ਹੋ ਤੁਸੀਂ ਆਪਦੀ ਜ਼ਿੰਦਗੀ ਪ੍ਰਤੀ। ਇਹ ਚੀਜ਼ ਸੋਚ ਲਓ ਬੇਟਾ, ਕਿਉਂਕਿ ਓਨੈਸਟੀ ਇੱਕ ਇਹੀ ਜਿਹੀ ਚੀਜ਼ ਆ ਜਿਹੜੀ ਕਿਸੇ ਤੋਂ ਮੁੱਲ ਨਹੀਂ ਮਿਲਦੀ, ਜਿਹੜੀ ਕਿਸੇ ਨੂੰ ਸਿਖਾਈ ਨਹੀਂ ਜਾਂਦੀ। ਓਨੈਸਟੀ ਇੰਟਰਨਲ ਹੁੰਦੀ ਆ। ਆਪਾਂ ਕਹਿੰਦੇ ਨਾ ਬਾਹਰਲੇ ਦੇਸ਼ ਦੇ ਲੋਕ ਬੜੇ ਇਮਾਨਦਾਰ ਨੇ, ਬੇਟਾ ਉਹ ਹਰੇਕ ਚੀਜ਼ 'ਚ ਇਮਾਨਦਾਰ ਨੇ। ਉਹ ਆਪਦੀ ਸਟੱਡੀ ਦੇ ਵਿੱਚ ਵੀ ਉਨੇ ਹੀ ਇਮਾਨਦਾਰ ਨੇ। ਕਿਉਂ ਆਇਰਨ ਮੈਨ ਜਿਹੜਾ ਤੁਸੀਂ ਸੋਚਦੇ ਹੋ, ਠੀਕ ਹੈ, ਮੂਵੀਜ਼ 'ਚ ਦੇਖਦੇ ਹੋ, ਕਿਉਂ ਉਹ ਹਮੇਸ਼ਾ ਅਮਰੀਕਾ 'ਚ ਹੀ ਹੁੰਦਾ, ਇੰਡੀਆ 'ਚ ਕਿਉਂ ਨਹੀਂ ਜੰਮਦਾ? ਇੰਡੀਆ 'ਚ ਬੇਟਾ ਤਾਂ ਨਹੀਂ ਜਾਂਦਾ ਕਿਉਂਕਿ ਇੰਡੀਆ 'ਚ ਬੱਚੇ ਸਿੰਸੀਅਰ ਨਹੀਂ ਹੈਗੇ। ਆਇਰਨ ਮੈਨ ਕੀ ਆ? ਉਹ ਸਾਇੰਟਿਸਟ ਹੈ ਇੱਕ। ਕਿਉਂ ਮਾਰਕ ਜ਼ੁਕਰਬਰਗ ਅਮਰੀਕਾ 'ਚ ਜੰਮਦਾ, ਇੰਡੀਆ 'ਚ ਨਹੀਂ ਜੰਮਦਾ?
क्यों बिल गेट्स अमेरिका च जमदा इंडिया च नहीं जमदा? क्यों क्यों करोड़ां विचों एक बंदा अब्दुल कलाम बनदा? कंट्रीब्यूशन की सी अब्दुल कलाम दी? बेटा जी ये चीज़ां सोचण वालियां ने। क्यों हज़ारां लोकां दे विचों करोड़ां अरबां अपनी 120 करोड़ जनसंख्या इंडिया दी, इंडिया किन्ने साइंटिस्ट, इंडिया किन्ने डॉक्टर ते इंडिया किन्ने इंजीनियर पैदा कर रहा, टॉप क्लास इंजीनियर या टॉप क्लास डॉक्टर, कढ़ के देख लो अंकड़े। क्यों इंडिया के हालात अज तक इन्ने खराब ने? क्यों? क्योंकि ਜਿਹੜੇ इंडिया के बच्चे ने ਉਹ पढ़ाई की जगह मूसे वाले ਨੂੰ सुनना ज़्यादा पसंद करते हैं। ਉਹ पढ़ाई की जगह उन्होंने ਕਰਨ औजले ने की कहता, मूसे वाले ने की कहता, ਕਰਨ औजले ने ਕਿਹੜਾ गाना ਕੱਢਤਾ, मूसे वाले ने ਉਹਦਾ ਕੀ रिप्लाई देता, ये ज़्यादा एक्टिवली पार्टिसिपेट करते हैं उन्होंने चीज़ों 'ਚ। ये थोड़ा कसूर नहीं है पुत्र जी, इनडायरैक्टली कहा तो ये सिर्फ थोड़ा ही कसूर आ। जे तुसीं आपदे आप नूं इन्ना ज़्यादा वरनलेबल करता भी छोटी मोटी गल तुहानूं डेविएट कर जाती आ, दैन इट्स यूअर फॉल्ट, तुसीं फोकस ही नहीं हैगे। तुहानूं बहुत बुरियां लगणगीਆਂ ਇਹ गल्लां, बट रियलिटी इज़ रियलिटी। सच तो कदे तुसीं मूँह नहीं मोड़ सकते। ना अज तक कोई सच तो छुप सकिया, ना अज तक कोई सच तो लुक सकिया, ना अज तक कोई सच दे सामने खड़ सकिया। पुत्त सच हमेशा सच हुंदा, सच कल्ला सूरज वांगू चमकदा, बाकी सब अंदरों अंदर ही तुसीं जाणदे हो। बाहर तुसीं शायद नहीं दिखाओगे पर अंदरों अंदर ही तुहानूं पता भी साडे 'च कमी रही आ। थ्रू आउट दिस चैप्टर असीं इस कमी दे शिकार रहे हैं। ठीक है जी। नंबर 1 कमी तुसीं सिंसीयरिटी बहुत रेयर यूज़ की है। ठीक है। नंबर 2 तुसीं कंसिस्टेंसी नहीं लैके आए अपनी जिंदगी दे विच। तुसीं लगातार चीज़ां नहीं कर सकते। जे बेटा कंसिस्टेंसी नहीं हैगी तुसीं जिंदगी 'ਚ कुछ भी प्राप्त नहीं कर सकते। चलो नैक्सट न्यूमेरिकल की गल करते हैं। नैक्सट क्वेश्चन है, वाई इज़ एडवाइज टू यूज़ डोमैसटिक पावर सप्लाई सर्किट एज पैरल नॉट सीरीज़? ਇਹਦਾ आंसर आ पैरल क्यों यूज़ करते हैं? पैरल ਤਾਂ यूज़ करते हैं बेटा क्योंकि हरेक अपलायंस ਨੂੰ अलग-अलग करंट की जरूरत होती है। ठीक है जी। तो ਉਹਦੇ ਲਈ ਆਪਾਂ ਨੂੰ अलग-अलग कनैक्शन देना पैंदा। सैकेंड थिंग ਇਹਦੇ ਵਿੱਚ ਕੀ ਆ ਵੀ ਜੇ ਸੀਰੀਜ਼ ਦੇ ਵਿੱਚ ਆਪਾਂ ਲਾ ਦਈਏ ਤੇ ਜੇ ਇੱਕ शॉर्ट सर्किट हो गया तो अपना सारे अपलायंसिस खत्म हो जाएंगे। ठीक है जी। उन्होंने वो चलना बंद कर जाएंगे जे एक अपलायंस खराब हो गया। तो ये 2 सिंपल रीजन सी नोट्स प्रोवाइडेड ने थोनों। नैक्सट इज कैलकुलेट द टोटल रजिस्टेंस एंड टोटल करंट थ्रू द सर्किट गिवन बिलो। हुण इहदे विच की आ थर्ड न्यूमेरिकल दे विच मैनूं ऐ नहीं समझ आउंदा ये सारे पैरेलल थोड़ा ने गए। मोस्टली बच्चों ने सारे पैरेलल आ रखे ने, सारे पैरेलल कित्थे ने? इदू सिंपल का स्ट्रक्चर ही नहीं हैगा। जिहड़ा ये स्ट्रक्चर है इदू सिंपल स्ट्रक्चर हो ही नहीं सकता पुत्र जी। इदू सिंपल न्यूमेरिकल थोनू पाया ही नहीं जा सकता। आई वाज एक्सपैक्टिंग कि एटलीस्ट एक कोई भी बच्चा ये न्यूमेरिकल गलत नहीं करूगा, पर नहीं। तुम तो ऐ करो, सिद्धू मूसे की नवीं कैसट आई है पुत्त, वो सुन लो, की पता वो थोनू चंगा हो दे कुछ। R1 10 ओम आ पुत्र जी, R2 40 है, ये 30 है, ये 20 है। ठीक है। करंट इत्थों शुरू होगा, इत्थे आके 2 च वंडिया गया, मतलब ये पैरेलल च हो गए। अगे जाके करंट की होया, इत्थे जुड़ गया, 1 च हो गया, मतलब सीरीज शुरू हो गया इत्थों। सीरीज तो बाद आ अगेन की च हो गए, पैरेलल च। आ 2 आपस च पैरेलल ने, आ 2 आपस च पैरेलल ने, ये दोनों आपस च सीरीज च ने। तुसीं ये भी गलत करके जा रहे हो। ਇਹਦੇ ਵਿੱਚ ਤਾਂ ਕੁਝ है ही नहीं सी। जे मैं आ भी ना लावां ना, जे मैं करंट भी ना लावां ਤਾਂ भी मैनूं सीधा पता लग जू भी आ 2 पैरेलल च, आ 2 पैरेलल च, ये आपस च सीरीज च। इन्हां दा 1/10 + 1/40, ਇਹਦਾ 1/30 + 1/20। ठीक है। उदू बाद की सीगा, उदू बाद जस्ट आपां की करना, ਇਹਦਾ की आ गया, ਇਹਦਾ आ गया 1/10 + 1/40, ये आ गया 1/R1। ਇਹਦਾ ਕੀ ਆ ਗਿਆ, ਇਹ ਆ ਗਿਆ 1/30 + 1/20, ਇਹ 1/R2 आ गया। इत्थों R1 किन्नी आ गई, इत्थों R2 किन्नी आ गई। ये कढ़ के उन्होंने सिंपल ऐड करना सी क्योंकि ये दोनों आपस च सीरीज च सीगे। ये च की मैनू नहीं लगता ये कोई बहुत टफ गल सीगी। 4 + 1 ये आ गया सी 5/40, तो R1 आ गया सी इत्थे 8।
R1 ਵਾਜ 8, 40/5 ਹੋ ਗਿਆ ਸੀ ਇਹ, ਕਿਉਂਕਿ ਇਹ 1/r ਸੀਗਾ। 8 ਇਹ ਆ ਗਿਆ ਸੀ, ਆਹ ਦੇਖ ਲਓ ਕਿੰਨਾ ਆ ਗਿਆ ਸੀ ਬੇਟਾ, ਇਹਦਾ 60 ਆ ਗਿਆ ਇੱਥੇ, 2 + 3 5/60 ਆ ਗਿਆ, ਇਟ ਇੰਪਲਾਈਜ਼ 60/5, 12 ਇਹ ਆ ਗਿਆ ਸੀ, 12 ਓਹਮ, ਇਹ 12 ਓਹਮ ਆ ਗਿਆ, ਇਹ 8 ਓਹਮ ਹੋਇਆਗਾ, ਇਹ 12 ਓਹਮ ਹੋਇਆਗਾ। ਇਹਨਾਂ ਦਾ ਰਿਜ਼ਲਟੈਂਟ ਕੀ ਆਉਣਾ ਸੀ, ਦੋਨੀ ਸੀਰੀਜ਼ 'ਚ ਨੇ, 8 + 12 20 ਓਹਮ ਆਨਸਰ ਆ ਜਾਣਾ ਸੀ। ਇਹ 'ਚ ਕੀ ਰੌਕਟ ਸਾਇੰਸ ਆ, ਮੈਨੂੰ ਤਾਂ ਸਮਝ ਨਹੀਂ ਆਉਂਦੀ। ਵਾਟ ਇਜ਼ ਦਾ ਰੌਕਟ ਸਾਇੰਸ ਬਿਹਾਈਂਡ ਇਟ, ਮੈਨੂੰ ਕੁਝ ਨਹੀਂ ਪਤਾ ਲੱਗ ਰਿਹਾ ਵੀ ਤੁਹਾਨੂੰ ਇਹ ਚੀਜ਼ ਵੀ ਨਹੀਂ ਸਮਝ ਆ ਰਹੀ। ਚਲੋ ਜਿਹਦਾ ਇਹ ਕੁਐਸਚਨ ਗਲਤ ਆ ਬੇਟਾ ਉਹ ਸਮਝ ਲਓ ਆਪਦੇ ਆਪ ਨੂੰ ਵੀ ਤੁਹਾਨੂੰ ਬਹੁਤ ਜ਼ਿਆਦਾ ਮਿਹਨਤ ਦੀ ਲੋੜ ਆ, ਬਹੁਤ ਜ਼ਿਆਦਾ। ਹੁਣ ਤੱਕ ਜਿੰਨੇ ਤੁਸੀਂ ਪੜ੍ਹਾਈ ਦੇ ਸਾਲ ਖਰਾਬ ਕੀਤੇ ਨੇ ਨਾ, ਜਿੰਨੇ ਵੀ ਕੀਤੇ ਨਰਸਰੀ ਤੋਂ ਲੈ ਕੇ 9th ਤੱਕ, ਉਹ ਸਾਰੇ ਵੇਸਟ ਸੀਗੇ। ਤੁਸੀਂ ਪੜ੍ਹਾਈ ਦਾ ਫੰਡਾਮੈਂਟਲ ਹੀ ਨਹੀਂ ਸਮਝ ਸਕੇ, ਤੁਸੀਂ ਐਂ ਨਹੀਂ ਸਮਝ ਸਕੇ ਪੜ੍ਹਨਾ ਕਿਵੇਂ ਪੁੱਤਰ ਜੀ। ਕਿੰਨੇ ਹੀ ਰੁਪਈਏ ਤੁਸੀਂ ਆਪਦੇ ਘਰਦਿਆਂ ਦੇ ਵੇਸਟ ਕਰਤੇ ਸਿਰਫ ਇਸ ਚੱਕਰ ਦੇ ਵਿੱਚ, ਸਕੂਲ ਆਉਣਾ, ਸਕੂਲ ਜਾਣਾ, ਸਕੂਲ ਆਉਣਾ, ਸਕੂਲ ਜਾਣਾ। ਮੈਨੂੰ ਦੁੱਖ ਹੁੰਦਾ ਇਹ ਚੀਜ਼ਾਂ ਕਹਿੰਦੇ ਨੂੰ, ਬਟ ਰਿਐਲਿਟੀ ਇਜ਼ ਰਿਐਲਿਟੀ, ਆਈ ਕਾਂਟ ਹੈਲਪ ਇਟ ਬੇਬੀ। ਨੈਕਸਟ ਆ ਜਾਓ। ਨੈਕਸਟ ਜਿਹੜਾ ਨੂਮੈਰੀਕਲ ਹੈ, ਕੈਲਕੂਲੇਟ ਕਰੰਟ ਥਰੂ ਐਂਡ ਵੋਲਟੇਜ, ਕਰੰਟ ਥਰੂ R2 ਐਂਡ ਵੋਲਟੇਜ ਅਕ੍ਰੋਸ R1 ਇਨ ਦਾ ਗਿਵਨ ਸਰਕਿਟ। ਹੁਣ ਇੱਥੇ ਤੁਸੀਂ ਕੀ ਕਰ ਰਹੇ ਹੋ, ਇੱਥੇ ਤੁਸੀਂ ਉਹੀ ਕੰਮ ਕਰਤਾ ਜਿਹੜਾ ਮੈਂ ਦੇਖਣਾ ਚਾਹੁੰਦਾ ਸੀ ਵੀ ਤੁਸੀਂ ਕਰੋਗੇ। R1 ਇਹ ਹੈ, ਇਹ R2 ਹੈ, ਇਹ R3 ਹੈ। ਕਿੰਨਾ ਵੋਲਟੇਜ ਹੈ ਇੱਥੇ, 20 ਵੋਲਟ ਦਿੱਤੀ ਹੋਈ ਹੈ ਬੇਟਾ। ਇੱਥੇ R1 ਕਿੰਨਾ 10, ਇਹ 60 ਹੈ, ਇਹ 30 ਹੈ। ਹੁਣ ਇੱਥੇ ਮੈਂ ਸਿੱਧਾ ਪੁੱਛ ਲਿਆ ਕੈਲਕੂਲੇਟ ਦਾ ਕਰੰਟ ਥਰੂ R2 ਦੇ ਵਿੱਚੋਂ ਕਰੰਟ ਤੁਸੀਂ ਉਨਾ ਟਾਈਮ ਕੱਢ ਹੀ ਨਹੀਂ ਸਕਦੇ ਜਿੰਨਾ ਟਾਈਮ ਤੁਹਾਨੂੰ ਪੂਰੇ ਸਰਕਟ 'ਚ ਕਰੰਟ ਨਹੀਂ ਪਤਾ। ਤੁਹਾਨੂੰ ਕੀ ਪਤਾ R2 ਦੇ ਉੱਤੇ ਕਿੰਨੀ ਵੋਲਟੇਜ ਆ 20 ਵੋਲਟ ਇਹਨੂੰ ਟੋਟਲ ਨੂੰ ਲੱਗੀ ਹੋਈ ਆ। ਇਹ 20 ਵੋਲਟ ਆ ਜਿਹੜੀ ਇਹ ਤੇ ਕੁਛ ਇਹ ਤੇ ਵੰਡੀ ਜਾਊ, ਕੁਛ ਇਹ ਤੇ ਵੰਡੀ ਜਾਊਗੀ। ਕਿਉਂ, ਇਹ ਦੋਨੀ ਸੀਰੀਜ਼ 'ਚ ਨੇ। ਆ ਸਾਰਾ ਸਰਕਿਟ ਤੇ ਇਹ ਇਕੱਲਾ ਇਹ ਸੀਰੀਜ਼ 'ਚ ਨੇ, ਤਾਂ ਇਹਦੇ ਉੱਤੇ ਅਲੱਗ ਵੋਲਟੇਜ ਆਊਗੀ, ਇਹਦੇ ਉੱਤੇ ਅਲੱਗ ਵੋਲਟੇਜ ਆਊਗੀ। ਜਿਹੜੀ ਵੋਲਟੇਜ ਸਾਰੇ ਤੇ ਆਊ ਉਹੀ ਵੋਲਟੇਜ 60 ਤੇ ਹੋਊਗੀ। ਫੇਰ ਤੁਸੀਂ ਕੱਢੋਗੇ। ਤੁਸੀਂ ਕੀ ਕੀਤਾ, ਲਾਤਾ ਜੀ V = IR, 20 ਵੋਲਟ ਇੱਥੇ ਲਾਤਾ, V ਆ ਲਾਤਾ, R ਇਹ ਲਾਤਾ, I ਕੱਢ ਲਿਆ। ਐ ਨਹੀਂ ਨਿਕਲਦਾ ਪੁੱਤਰ ਜੀ, ਇਹ ਇੰਨਾ ਸੌਖਾ ਹੁੰਦਾ ਮੈਂ ਪਾਉਣਾ ਥੋੜਾ ਸੀ। ਸਭ ਤੋਂ ਪਹਿਲਾ ਸਟੈਪ ਹੁੰਦਾ ਇਕੁਇਵਲੈਂਟ ਰੈਜ਼ਿਸਟੈਂਸ ਫਾਈਂਡ ਆਊਟ ਕਰਨ ਦਾ। ਕੁਛ ਵੀ ਹੋਵੇ, ਕੁਛ ਵੀ ਕੁਐਸਚਨ ਹੋਵੇ ਸਰਕਿਟ ਵਾਲਾ, ਕੁਛ ਵੀ ABC ਕੁਛ ਵੀ ਹੋਵੇ, ਸਭ ਤੋਂ ਪਹਿਲਾਂ ਅੱਖਾਂ ਬੰਦ ਕਰਕੇ ਇਕੁਇਵਲੈਂਟ ਰੈਜ਼ਿਸਟੈਂਸ ਫਾਈਂਡ ਆਊਟ ਕਰੋ ਇਹਦੀ ਇਕੁਇਵਲੈਂਟ ਰੈਜ਼ਿਸਟੈਂਸ ਫਾਈਂਡ ਆਊਟ। 10 ਆ ਦੋਨੀ ਪੈਸੇ ਪੈਰਲਲ ਚ ਹੋ ਗਏ, ਇਹ ਆ ਗਏ 1/60 + 1/30, 1/R, 1 + 2, 1/R, 3/60, 1/R, R = 20 ਓਹਮ। ਇਹ 20 ਓਹਮ ਆ ਗਿਆ, ਇਹਦਾ ਰਿਜ਼ਲਟੈਂਟ ਆਇਆ ਜਿਹੜਾ। ਇਹ 10 ਓਹਮ ਆ, ਮਤਲਬ ਟੋਟਲ ਰੈਜ਼ਿਸਟੈਂਸ 30 ਓਹਮ ਆਈ ਹੈ। ਟੋਟਲ ਰੈਜ਼ਿਸਟੈਂਸ 30 ਓਹਮ ਆ ਪੁੱਤਰ ਜੀ। ਇਹਦੇ ਵਿੱਚ ਹੁਣ ਟੋਟਲ ਕਰੰਟ ਕੱਢੋ, V = IR ਲਾਓ। V ਕਿੰਨਾ 20, I ਕਿੰਨਾ ਪਤਾ ਨਹੀਂ ਮੈਨੂੰ, R ਕਿੰਨੀ ਹੈ ਹੁਣ 30, ਤਾਂ I ਆ ਗਿਆ 2/3 ਐਂਪੀਅਰ। ਇਹ ਟੋਟਲ ਦੇ ਵਿੱਚ ਜਿਹੜਾ I ਆ ਉਹ 2/3 ਐਂਪੀਅਰ ਹੈ ਸਾਰਾ, ਮਤਲਬ ਇਹਦੇ ਵਿੱਚੋਂ I 2/3 ਐਂਪੀਅਰ ਨਿਕਲ ਰਿਹਾ। ਆ ਸਾਰੇ ਵਿੱਚੋਂ 2/3 ਐਂਪੀਅਰ ਨਿਕਲ ਰਿਹਾ। ਹੁਣ ਇਹਦੇ ਵਿੱਚ ਆਪਾਂ ਦੇਖਣਾ ਵੀ ਅਲੱਗ-ਅਲੱਗ ਕੀ ਨਿਕਲ ਰਿਹਾ, ਕਿਵੇਂ ਨਿਕਲ ਰਿਹਾ ਬੇਟਾ। ਹੁਣ ਦੇਖਣਾ ਇਹਦੇ ਵਿੱਚੋਂ ਆਪਾਂ, ਉਹਦੇ ਲਈ ਆਪਾਂ ਨੂੰ ਕੀ ਕਰਨਾ ਪਊਗਾ, ਪਹਿਲਾਂ ਇਹਦੇ ਅਕ੍ਰੋਸ ਵੋਲਟੇਜ ਦੇਖਣੀ ਪਊ, ਇਹਦੇ ਅਕ੍ਰੋਸ ਵੋਲਟੇਜ ਦੇਖਣੀ ਪਊ। ਇਹਦੇ ਅਕ੍ਰੋਸ ਵੋਲਟੇਜ ਕਿਵੇਂ ਦੇਖੋਗੇ, ਇਹਦੇ ਅਕ੍ਰੋਸ ਵੋਲਟੇਜ ਦੇਖਾਂਗੇ ਤਾਂ ਆਪਾਂ ਨੂੰ ਇਹਦੇ ਅਕ੍ਰੋਸ ਵੋਲਟੇਜ ਪਤਾ ਲੱਗੂਗੀ। ਜਾਂ ਫਿਰ ਸਿੱਧਾ ਲਾ ਦਿਓ, ਕਰੰਟ ਕਿੰਨਾ ਨਿਕਲ ਰਿਹਾ ਇਹ ਚੋਂ, ਇਹ ਸਾਰੇ ਚੋਂ ਕਰੰਟ ਕਿੰਨਾ ਨਿਕਲ ਰਿਹਾ 2/3 ਐਂਪੀਅਰ। ਇਹ ਸਾਰੇ ਦੀ ਰੈਜ਼ਿਸਟੈਂਸ ਕਿੰਨੀ ਆ 20, ਇੱਥੋਂ ਵੋਲਟੇਜ ਕੱਢ ਲਓ, ਇਹਨੂੰ ਕਹਿ ਦਿਓ V2। ਜਿਹੜੀ ਆ ਵੋਲਟੇਜ ਹੈ ਇਹਨੂੰ ਕਹਿ ਦਿਓ V2। V2 = I × R2। R2 ਹੁਣ ਇੱਥੇ 20 ਆ, ਤਾਂ V2 = I ਕਿੰਨਾ 2/3 × 20। ਠੀਕ ਹੈ ਜੀ। ਇਹ ਕੀ ਆਊਗਾ ਹੁਣ 40/3 ਵੋਲਟ ਆ ਗਿਆ ਇਹ।
40/3 ਵੋਲਟ ਇਹਦੇ ਉੱਤੇ ਵੋਲਟੇਜ ਹੈ, ਇਹਦੇ ਉੱਤੇ ਵੋਲਟੇਜ ਹੈ 40/3, ਇਹਦੇ ਉੱਤੇ 40/3 ਵੋਲਟੇਜ ਆ, ਇਹਦਾ ਮਤਲਬ R2 ਦੇ ਉੱਤੇ ਵੀ 40/3 ਵੋਲਟੇਜ ਆ, R3 ਦੇ ਉੱਤੇ ਵੀ 40/3 ਵੋਲਟੇਜ ਆ। ਇਹਦੇ ਉੱਤੇ ਕਿੰਨੀ ਵੋਲਟੇਜ ਹੋਊਗੀ, ਇਹਦੇ ਉੱਤੇ ਕੱਢ ਲਓ, ਇਹਦੇ ਉੱਤੇ 20/3 ਹੋਊਗੀ, ਇਹਦੇ ਉੱਤੇ ਕੀ ਹੋਊਗੀ 20/3 ਵੋਲਟ। ਹੁਣ ਦੇਖੋ ਕੀ ਪੁੱਛ ਰਿਹਾ, ਕੈਲਕੂਲੇਟ ਕਰੰਟ ਥਰੂ R2, R2 ਤੋਂ ਕਰੰਟ ਕੱਢੋ, ਜੇ ਉਹਦੇ ਉੱਤੇ 40/3 ਵੋਲਟੇਜ ਆ ਤੇ ਉਹਦੀ ਰੈਜ਼ਿਸਟੈਂਸ ਕੀ ਹੈ 60 ਹੈ। V2 = I2 R2, V2 ਕਿੰਨੀ ਹੈ 40/3, I2 ਮੈਨੂੰ ਪਤਾ ਨਹੀਂ, R2 ਕਿੰਨਾ 60, 40/3 × 60 = I2, 4/18। ਹੁਣ ਆਇਆ ਇਹਦੇ ਵਿੱਚੋਂ ਕਰੰਟ, ਜਿਹੜਾ ਇਹਦੇ ਵਿੱਚੋਂ ਨਿਕਲ ਰਿਹਾ ਉਹ ਕਰੰਟ 4/18 ਹੈ। ਇੰਨਾ ਸਿੰਪਲ ਨੂਮੈਰੀਕਲ ਨਹੀਂ ਸੀ ਇਹ। ਹਾਂ, ਸੈਕਿੰਡ ਚੀਜ਼ ਉਹ ਕੀ ਪੁੱਛ ਰਿਹਾ, ਵੋਲਟੇਜ ਅਕ੍ਰੋਸ R1, ਉਹ ਆਪਾਂ ਕੱਢ ਲਈ, ਵੋਲਟੇਜ ਅਕ੍ਰੋਸ R1 20/3 ਹੈਗੀ, 20 ਦੇ ਵਿੱਚੋਂ 40/3 ਮਾਈਨਸ ਕਰ ਦਿਓ, 20/3 ਵੁੱਡ ਬੀ ਸੌਰੀ ਇਹਨੂੰ ਕੱਢ ਲਓ, ਚਲੋ 20/3 ਨਹੀਂ ਆਊ, 20 ਦੇ ਵਿੱਚੋਂ 40/3 ਮਾਈਨਸ ਕਰੋ, ਦੇਖੋ ਕਿੰਨੀ ਆਉਂਦੀ ਹੈ, ਚਲੋ 3, 60 - 40 = 20/3, ਠੀਕ ਹੈ 20/3 ਇਹਦੇ ਉੱਤੇ ਆਉਣੀ ਸੀ। ਐ ਸੀ ਇਹ ਨੂਮੈਰੀਕਲ, ਇਹ ਉਨਾ ਸਿੰਪਲ ਨਹੀਂ ਸੀ। ਪਰ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ, ਕਦੇ ਵੀ ਕੋਈ ਵੀ ਨੂਮੈਰੀਕਲ ਆ ਜਾਏ, ਰੈਜ਼ਿਸਟੈਂਸ ਪੈਰਲਲ ਸੀਰੀਜ਼ ਕੁਝ ਵੀ ਆ ਜਾਏ, ਸਭ ਤੋਂ ਪਹਿਲਾਂ ਪੁੱਤਰ ਜੀ ਇਕੁਇਵਲੈਂਟ ਰੈਜ਼ਿਸਟੈਂਸ ਕੱਢੋ, ਫੇਰ ਕੱਢੋ ਟੋਟਲ ਕਰੰਟ, ਉਦੋਂ ਬਾਅਦ ਦੇਖ ਲਓ ਜੇ ਉਹਨੇ ਕੁਝ ਪੁੱਛਿਆ ਤਾਂ ਕੱਢ ਦਿਓ। ਸਭ ਤੋਂ ਪਹਿਲਾਂ ਇਕੁਇਵਲੈਂਟ ਰੈਜ਼ਿਸਟੈਂਸ ਕੱਢੋ, ਫੇਰ ਕੱਢੋ ਟੋਟਲ ਕਰੰਟ, ਉਦੋਂ ਬਾਅਦ ਕੱਢ ਦਿਓ ਜਿਹੜਾ ਕੁਝ ਪੁੱਛ ਰਿਹਾ ਹੈਗਾ, ਠੀਕ ਹੈ। ਹੁਣ ਇਹਦੇ ਵਿੱਚ ਇਹੀ ਸੀਗਾ, ਉਹਨੇ ਬਾਅਦ 'ਚ ਕੀ ਪੁੱਛਿਆ, ਉਹਨੇ ਬਾਅਦ 'ਚ ਪੁੱਛਿਆ, ਉਹਨੇ ਪਹਿਲਾਂ ਉਹ ਨਹੀਂ ਕਿਹਾ ਇਕੁਇਵਲੈਂਟ ਰੈਜ਼ਿਸਟੈਂਸ ਕੱਢੋ ਤੇ ਟੋਟਲ ਕਰੰਟ ਕੱਢੋ, ਉਹ ਤਾਂ ਕੱਢਣਾ ਹੀ ਪੈਣਾ ਸੀ। ਜਿਹੜੇ ਦੋ ਕੁਐਸਚਨ ਉਹਨੇ ਪੁੱਛੇ ਨੇ ਨਾ, ਉਹਦਾ ਆਨਸਰ ਦੇਣ ਲਈ ਆਪਾਂ ਨੂੰ ਇਕੁਇਵਲੈਂਟ ਰੈਜ਼ਿਸਟੈਂਸ ਤੇ ਟੋਟਲ ਕਰੰਟ ਕੱਢਣਾ ਹੀ ਪੈਣਾ ਸੀ, ਉਹਨਾਂ ਤੋਂ ਬਿਨਾਂ ਆਪਾਂ ਨੂੰ ਆਨਸਰ ਹੀ ਨਹੀਂ ਮਿਲ ਸਕਦਾ। ਇਹ ਗੱਲ ਯਾਦ ਰੱਖ ਲਓ ਤੁਸੀਂ। ਕੋਈ ਵੀ ਇਹੋ ਜਿਹਾ ਸਟਰਕਚਰ ਆ ਜਾਏ, ਕੁਝ ਵੀ ਆ ਜਾਏ ਸੀਰੀਜ਼ ਪੈਰਲਲ ਦੇ ਵਿੱਚ, ਜਿੰਨਾ ਟਾਈਮ ਤੁਸੀਂ ਇਕੁਇਵਲੈਂਟ ਰੈਜ਼ਿਸਟੈਂਸ ਤੇ ਟੋਟਲ ਕਰੰਟ ਨਹੀਂ ਕੱਢਦੇ, ਤੁਸੀਂ ਅੱਗੇ ਪਹੁੰਚ ਹੀ ਨਹੀਂ ਸਕਦੇ, ਤੁਸੀਂ ਅੱਗੇ ਪਹੁੰਚ ਹੀ ਨਹੀਂ ਸਕਦੇ। ਤੁਸੀਂ ਕੀ ਕਰ ਰਹੇ ਹੋ, ਸਿੱਧਾ ਹੀ ਕੱਢ ਰਹੇ ਹੋ ਸਾਰਾ ਕੁਝ। ਚਲੋ ਨੈਕਸਟ, ਡਰਾਈਵ ਦਾ ਫਾਰਮੂਲਾ ਫॉर ਇਕੁਇਵਲੈਂਟ ਰੈਜ਼ਿਸਟੈਂਸ ਫॉर 3 ਰੈਜ਼ਿਸਟਰਸ R1 R2 R3 ਇਨ ਸੱਚ ਅ ਵੇ ਦੈਟ ਕਰੰਟ ਥਰੂ ਈਚ ਰੈਜ਼ਿਸਟਰ ਰਿਮੇਨਸ ਸੇਮ। ਇੱਥੇ ਕੀ ਸੀਗਾ, ਆਰਟੀਕਲ ਡਰਾਈਵ ਕਰਨਾ ਸੀਗਾ। ਕਰੰਟ ਥਰੂ ਈਚ ਰੈਜ਼ਿਸਟਰ ਕਦੋਂ ਸੇਮ ਰਹਿੰਦਾ ਹੈਗਾ, ਕਰੰਟ ਥਰੂ ਈਚ ਰੈਜ਼ਿਸਟਰ ਉਦੋਂ ਸੇਮ ਰਹਿੰਦਾ ਜਦੋਂ ਰੈਜ਼ਿਸਟਰ ਆਰ ਇਨ ਸੀਰੀਜ਼। ਸਿੱਧੀ ਗੱਲ ਸੀ, R1 R2 R3 ਜਿਹੜੇ ਆਪਣੇ ਕੋਲ ਰੈਜ਼ਿਸਟਰਸ ਨੇ ਉਹ ਸੀਰੀਜ਼ ਦੇ ਵਿੱਚ ਨੇ, ਉਹਨਾਂ ਦਾ ਆਪਾਂ ਕੀ ਫਾਈਂਡ ਆਊਟ ਕਰਨਾ ਸੀਗਾ, ਇਕੁਇਵਲੈਂਟ ਰੈਜ਼ਿਸਟੈਂਸ ਦਾ ਫਾਰਮੂਲਾ ਡਰਾਈਵ ਕਰਨਾ ਸੀ। ਕੀ ਕਰਨਾ ਸੀ, ਸਭ ਤੋਂ ਪਹਿਲਾਂ ਡਾਇਗਰਾਮ ਬਣਾਉਣੀ ਸੀਗੀ, ਠੀਕ ਹੈ। ਉਹ ਡਾਇਗਰਾਮ ਬਣਾ ਕੇ ਕੀ ਲਿਖਣਾ ਸੀਗਾ, R1 R2 R3 ਲਿਖਣਾ ਸੀਗਾ। ਫਿਰ ਕੀ ਲਿਖਣਾ ਸੀ, ਲੈਟ ਅਸ ਕੰਸੀਡਰ 3 resistors are connected in series as shown in figure, ठीक है, as shown in figure. So and we have to find out equivalent resistance. So let us assume, ਕੀ assume ਕਰਨਾ ਸੀਗਾ, current through R1 I1, current through R2 I2, current through R3 I3, but we know, ਕੀ ਪਤਾ ਆਪਾਂ ਨੂੰ, in series I1 = I2 = I3